Hello guys, welcome back to my YouTube channel. I got a lot of messages from the students. They are asking about the new guidelines by IRCC. Actually, the students are confused, especially the students who are still studying in Canada, and they are confused whether they should go for online classes or they have to do in-person classes. So many of the students who are still planning to come in Canada in January 2022, they are also confused regarding this statement. So this is the statement of IRCC on Twitter. They are saying that as of January 1, 2022, students must complete their eligible DLI program in Canada in order to qualify for a PGWP. So ਇਹਨਾਂ ਦਾ ਕੀ ਕਹਿਣਾ ਆ ਕਿ as of January 1st 2022 ਤੋਂ ਕੀ ਹੈ students must complete their eligible DLI program. Students ਨੂੰ ਆਪਣਾ ਜਿਹੜਾ ਵੀ ਪ੍ਰੋਗਰਾਮ ਤੁਸੀਂ ਲਿਆ ਆ ਉਹ ਜ਼ਰੂਰ ਮਸਟ ਹੈ ਕੰਪਲੀਟ ਕਰਨਾ ਇਨ ਕੈਨੇਡਾ ਦੇ ਵਿੱਚ in order to qualify for PGWP. PGWP ਲੈਣ ਦੇ ਲਈ ਤੁਹਾਨੂੰ 1 ਜਨਵਰੀ ਤੋਂ ਕੈਨੇਡਾ ਦੇ ਵਿੱਚ ਆ ਕੇ ਪੜ੍ਹਨਾ ਜ਼ਰੂਰੀ ਹੈ। ਸੋ ਉੱਥੇ ਹੈ ਨੈਕਸਟ ਹੈ if you cannot attend classes physically in Canada in 2022 contact your suppose ਜੇਕਰ ਤੁਸੀਂ ਨਹੀਂ ਕਰ ਸਕਦੇ ਠੀਕ ਹੈ ਲਾਈਕ ਕਿਸੇ ਦਾ ਵੀਜ਼ਾ ਨਹੀਂ ਆਇਆ ਠੀਕ ਹੈ ਫਿਰ ਆਪਣੇ ਕਾਲਜ ਦੇ ਨਾਲ ਤੁਸੀਂ ਡਿਸਕਸ ਕਰ ਸਕਦੇ ਹੋ ਫਿਰ ਉਹ ਕਾਲਜ ਦੀ ਕੰਡੀਸ਼ਨ ਹੁੰਦੀ ਆ ਕਿ ਉਹ ਤੁਹਾਨੂੰ ਕੀ ਦਿੰਦੇ ਆ ਡ੍ਰੌਪ ਕਰਨ ਲਈ ਕਹਿੰਦੇ ਆ ਜਾਂ ਡੈਫਰਮੈਂਟ ਲੈਣ ਲਈ ਕਹਿੰਦੇ ਆ ਸੋ it is the statement of IRCC regarding online classes. So this is the email that I got from my university. So it I think it is very clear to all. ਇਹਦੇ ਵਿੱਚ ਬਹੁਤ ਸਪੈਸੀਫਿਕ ਚੀਜ਼ਾਂ ਲਿਖੀਆਂ ਹੋਈਆਂ ਨੇ ਜੋ ਬਿਲਕੁਲ ਸਮਝ ਆ ਰਹੀਆਂ ਨੇ ਇਹਦੇ ਵਿੱਚ ਪਹਿਲੀ ਕੰਡੀਸ਼ਨ ਆ if you are a student currently studying from inside of Canada or planning to study Canada in January 2022 with a valid study permit ਜੇਕਰ ਤੁਸੀਂ ਕੈਨੇਡਾ ਦੇ ਵਿੱਚ ਪੜ੍ਹ ਰਹੇ ਹੋ ਜਾਂ ਫਿਰ ਕੈਨੇਡਾ ਦੇ ਵਿੱਚ ਆਉਣ ਦੀ ਪਲੈਨਿੰਗ 'ਚ ਹੋ ਬਟ ਤੁਹਾਡੇ ਕੋਲ ਸਟੱਡੀ ਪਰਮਿਟ ਹੈ ਠੀਕ ਹੈ ਤੇ ਤੁਸੀਂ ਉਹਦੇ ਵਾਸਤੇ ਆ ਚੀਜ਼ ਕੀ ਆ you can continue taking online courses and will remain eligible for the post graduation work permit ਉਹ ਕਹਿੰਦੇ ਤੁਸੀਂ ਕੰਟੀਨਿਊ ਕਰ ਸਕਦੇ ਹੋ ਆਨਲਾਈਨ ਆਪਣੇ ਕੋਰਸਿਸ ਤੇ ਤੁਸੀਂ ਫਿਰ ਵੀ ਐਲੀਜੀਬਲ ਹੋਊਗੇ ਵਰਕ ਪਰਮਿਟ ਦੇ ਲਈ if the courses were moved online due to the pandemic but ਜੇਕਰ ਤੁਹਾਡਾ ਕਾਲਜ ਕਰ ਰਿਹਾ ਆ ਆਫਰ ਤੁਹਾਨੂੰ ਆਨਲਾਈਨ ਕਲਾਸਿਸ ਆਫਰ ਕਰ ਰਿਹਾ ਹੈ ਫਿਰ ਤੁਸੀਂ ਆਨਲਾਈਨ ਕਲਾਸਿਸ ਲੈ ਸਕਦੇ ਹੋ ਤੁਹਾਨੂੰ ਵਰਕ ਪਰਮਿਟ ਵਿੱਚ ਕੋਈ ਪ੍ਰੋਬਲਮ ਨਹੀਂ ਆਊਗੀ the deadline of 31st December does not apply to you ਜੋ 31st ਵਾਲੀ ਡੈਡਲਾਈਨ ਹੈ ਦਸੰਬਰ ਵਾਲੀ ਉਹ ਇਹਨਾਂ ਬੱਚਿਆਂ ਤੇ ਅਪਲਾਈ ਨਹੀਂ ਹੋਊਗੀ ਜਿਹੜੇ ਇਨਸਾਈਡ ਕੈਨੇਡਾ ਪੜ੍ਹ ਰਹੇ ਨੇ ਚਾਹੇ ਉਹ ਆਨਲਾਈਨ ਲੈਣ ਚਾਹੇ ਫਿਜ਼ੀਕਲ ਲੈਣ ਠੀਕ ਹੈ ਉਹ ਉਹਨਾਂ ਤੇ ਹੈ ਉਸ ਤੋਂ ਬਾਅਦ ਹੈ ਨੈਕਸਟ if you are a student currently studying or planning to study for outside of Canada ਜੇਕਰ ਤੁਸੀਂ ਹਾਲੇ ਵੀ ਪੜ੍ਹ ਰਹੇ ਹੋ ਉਹ ਸਟੂਡੈਂਟ ਜੋ ਆਊਟਸਾਈਡ ਕੈਨੇਡਾ ਪੜ੍ਹ ਰਹੇ ਆ ਜਾਂ ਫਿਰ ਪਲੈਨਿੰਗ ਕਰ ਰਹੇ ਆ ਕਿ ਚਲੋ ਅਸੀਂ ਕੈਨੇਡਾ ਤੋਂ ਬਾਹਰ ਰਹਿ ਕੇ ਹੀ ਸਪੋਜ਼ ਇੰਡੀਆ ਵਾਲੇ ਸੋਚ ਰਹੇ ਕਿ ਇੰਡੀਆ ਰਹਿ ਕੇ ਅਸੀਂ ਆਨਲਾਈਨ ਕਲਾਸਿਸ ਲਾ ਕੇ ਆਪਣਾ ਕਰ ਲੈਂਦੇ ਹਾਂ ਠੀਕ ਹੈ ਉਹਦੇ ਲਈ ਕੀ ਹੋਊਗਾ any time spent studying outside of Canada after 31st December 2021 ਕੋਈ ਵੀ ਟਾਈਮ ਠੀਕ ਹੈ ਆਨਲਾਈਨ ਕਲਾਸਿਸ ਲਈਆਂ ਤੁਸੀਂ ਆਊਟਸਾਈਡ ਆਫ ਕੈਨੇਡਾ ਸਪੈਂਡ ਕੀਤਾ ਆਫਟਰ 31st December should be deducted ਉਹ ਡਿਡਕਟ ਹੋ ਜਾਣਾ ਹੈ ਲੈਂਥ ਆਫ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਚੋਂ ਲਾਈਕ ਆਪਾਂ ਸ਼ਾਰਟ 'ਚ ਕਹਿ ਸਕਦੇ ਹਾਂ ਜੇਕਰ ਤੁਸੀਂ ਕੈਨੇਡਾ ਤੋਂ ਬਾਹਰ ਰਹਿ ਕੇ ਆਨਲਾਈਨ ਕਲਾਸਿਸ ਲਗਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਵਰਕ ਪਰਮਿਟ ਦੇ ਵਿੱਚ ਪ੍ਰੋਬਲਮ ਆਊਗੀ ਸੋ ਇਹ ਦੋ ਚੀਜ਼ਾਂ ਨੇ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ ਜੇਕਰ ਤੁਸੀਂ ਸਿੱਧੀ ਗੱਲ ਹੈ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਰਹਿ ਕੇ ਆਨਲਾਈਨ ਕਲਾਸਿਸ ਲਾ ਰਹੇ ਹੋ ਡਜ਼ਨਟ ਮੈਟਰ ਯੂ ਕੈਨ ਗੋ ਫॉर ਇਟ ਬਟ ਇਫ ਯੂ ਆਰ ਪਲੈਨਿੰਗ ਟੂ continue your online classes outside from the Canada so ਇਹਦੇ ਵਿੱਚ ਤੁਹਾਨੂੰ ਕੀ ਆ ਤੁਹਾਡੇ ਵਰਕ ਪਰਮਿਟ ਦੇ ਵਿੱਚ ਪ੍ਰੋਬਲਮ ਆ ਜਾਊਗੀ ਸੋ ਇਹੀ ਹੈ ਕਿ ਸਭ ਨੂੰ ਕੈਨੇਡਾ ਦੇ ਵਿੱਚ ਆ ਕੇ ਹੀ ਪੜ੍ਹਨਾ ਪੈਣਾ ਆ ਆਫਟਰ 31st December ਹੁਣ ਕੁਝ ਬੱਚੇ ਪ੍ਰੋਬਲਮ 'ਚ ਨੇ ਉਹ ਕਹਿ ਰਹੇ ਨੇ ਕਿ ਸਾਡਾ ਤਾਂ ਹਜੇ ਵੀਜ਼ਾ ਨਹੀਂ ਆਇਆ ਤਾਂ ਫਿਰ ਆਪਾਂ ਕਿੱਦਾਂ 31st ਤੱਕ ਆ ਸਕਦੇ ਹਾਂ ਸੋ ਸਪੈਸ਼ਲੀ KPU they are saying that ਕਿ
ਤੁਸੀਂ ਜਿਹੜਾ ਸਪਰਿੰਗ 2022 ਹੈ, ਠੀਕ ਹੈ, ਜਨਵਰੀ 5 ਤੋਂ ਇਹਦੀਆਂ ਕਲਾਸਿਸ ਸ਼ੁਰੂ ਹੋਣੀਆਂ ਤੇ ਤੁਹਾਡੇ ਕੋਲ ਡ੍ਰੌਪ ਕਰਨ ਦਾ ਟਾਈਮ ਹੈ 4 ਜਨਵਰੀ ਤੱਕ ਦਾ। ਜੇਕਰ ਤੁਹਾਡੇ ਕੋਲ ਤੁਹਾਡਾ ਸਟੱਡੀ ਪਰਮਿਟ ਨਹੀਂ ਹੈਗਾ, ਆਈ ਮੀਨ ਵੀਜ਼ਾ ਨਹੀਂ ਹੈਗਾ, ਵੀਜ਼ਾ ਮਿਲੂਗਾ ਇੱਥੇ ਆਉਂਗੇ ਤਾਂ ਹੀ ਸਟੱਡੀ ਪਰਮਿਟ ਮਿਲੂਗਾ। ਜੇਕਰ ਤੁਸੀਂ ਸਟੱਡੀ ਪਰਮਿਟ ਨਹੀਂ ਸਬਮਿਟ ਕਰਵਾ ਸਕਦੇ, ਨਹੀਂ ਹੈਗਾ, ਤਾਂ ਤੁਸੀਂ 4 ਜਨਵਰੀ ਤੱਕ ਆਪਣੀ ਕਲਾਸਿਸ ਹੈ ਜਿਹੜੀਆਂ ਡ੍ਰੌਪ ਕਰ ਸਕਦੇ ਹੋ ਵਿਦਾਊਟ ਫਿਜ਼ੀਕਲ ਪੈਨੈਲਿਟੀ। ਤੁਹਾਨੂੰ ਕੋਈ ਫਾਈਨੈਂਸ਼ੀਅਲ ਪੈਨੈਲਿਟੀ, ਕੋਈ ਵੀ ਤੁਹਾਨੂੰ ਡਿਡਕਸ਼ਨ ਨਹੀਂ ਹੋਊਗੀ, ਤੁਹਾਡੀ ਜਿਹੜੀ ਆ 100% ਰੀਫੰਡ ਹੋਊਗਾ ਫੀਸ ਦੇ ਵਿੱਚੋਂ, ਠੀਕ ਹੈ। ਜਾਂ ਫਿਰ ਤੁਸੀਂ ਡੈਫਰ ਲੈ ਸਕਦੇ ਹੋ। ਸਪੋਜ਼ ਤੁਹਾਡਾ ਨਹੀਂ ਵੀਜ਼ਾ ਆ ਰਿਹਾ, ਠੀਕ ਹੈ, ਤਾਂ ਇਸ ਕਰਕੇ ਤੁਸੀਂ ਇਹ ਨਾ ਸੋਚੋ ਕਿ ਚੱਲ ਆ ਜਾਊਗਾ ਤੇ ਅਸੀਂ ਕਲਾਸਾਂ ਸ਼ੁਰੂ ਕਰ ਲੈਂਦੇ ਹਾਂ ਆਫਟਰ 31 ਦਸੰਬਰ। ਇਹ ਗਲਤੀ ਨਾ ਕਰੋ, ਠੀਕ ਹੈ। ਤੁਹਾਡੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਵਿੱਚ ਪ੍ਰੋਬਲਮ ਆਊਗੀ ਤੇ ਇਹਦੇ ਨਾਲੋਂ ਬੈਟਰ ਹੈ ਤੁਸੀਂ ਡੈਫਰਮੈਂਟ ਲੈ ਲਓ ਜਾਂ ਫਿਰ ਆਪਣੇ ਜੋ ਵੀ ਰਜਿਸਟਰਡ, ਜੇ ਤੁਸੀਂ ਰਜਿਸਟ੍ਰੇਸ਼ਨ ਕਰ ਦਿੱਤੀ ਹੈ ਕਲਾਸਿਸ ਦੀ ਤਾਂ ਉਹਨੂੰ ਡ੍ਰੌਪ ਕਰ ਸਕਦੇ ਹੋ ਤੁਸੀਂ, ਠੀਕ ਹੈ। ਸੋ ਇਹ ਸੀ 2 ਚੀਜ਼ਾਂ ਜਿਹੜੀਆਂ ਮੋਸਟ ਆਫ ਦ ਸਟੂਡੈਂਟਸ ਮੈਨੂੰ ਮੈਸੇਜ ਕਰਕੇ ਪੁੱਛ ਰਹੇ ਸੀ ਤੇ ਇਸ ਲਈ ਮੈਂ ਕਲੀਅਰ ਕੀਤੀਆਂ ਬਿਕੋਜ਼ yesterday I got this mail from KPU, ਸੋ ਇਹ ਥੋੜ੍ਹੀ ਜ਼ਿਆਦਾ ਕਲੀਅਰ ਕਰ ਰਹੀ ਸੀ ਰੈਦਰ ਦੈਨ ਟਵਿੱਟਰ ਵਾਲੀ ਜੋ ਸਟੇਟਮੈਂਟ ਸੀਗੀ IRCC ਦੀ। ਸੋ ਬਾਕੀ if you have any confusion or concern, if you have any questions, you can message me on my Instagram ID and you can also drop comment below my YouTube video, this video. I will definitely reply you. So thank you for watching. Bye bye.